ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ, ਪਰ ਵੇਟ ਕਰਦੇ ਹਾਂ ਕਿ ਥੋੜੇ ਲੋਕ ਸਾਡੇ ਨਾਲ ਜੁੜ ਜਾਣ, ਜੁਆਇਨ ਕਰ ਲੈਣ ਇਸ ਲਾਈਵ ਨੂੰ, ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਔਰ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਮੈਂ ਮੈਂਸ਼ਨ ਕੀਤਾ ਹੀ ਹੈ, ਕਿਹਦੇ ਬਾਰੇ ਹੋਊਗਾ। ਲੋਕ ਇੱਕ ਵਾਰੀ ਜੁੜ ਜਾਣ, ਉਸ ਤੋਂ ਬਾਅਦ ਆਪਾਂ ਸਾਰੇ ਇਸ ਬਾਰੇ ਚਰਚਾ ਕਰਾਂਗੇ। ਔਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਵਿੱਚ ਕੁਐਸਚਨ ਵੀ ਕਰੋ, ਤੁਸੀਂ ਆਪਣਾ ਪੱਖ ਵੀ ਰੱਖ ਸਕਦੇ ਹੋ, ਕਿਉਂਕਿ ਇਸ ਬਾਰੇ ਗੱਲ ਕਰਨਾ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਸਾਡੀ ਚੁੱਪੀ ਦਾ, ਸਾਡੀ ਇਗਨੋਰੈਂਸ ਦਾ ਬਹੁਤ ਹੀ ਗਲਤ ਫਾਇਦਾ ਚੱਕਿਆ ਜਾ ਰਿਹਾ ਹੈ। ਆਮ ਟਾਕਿੰਗ ਅਬਾਊਟ ਬਾਲੀਵੁੱਡ, ਜੋ ਕਿ ਟਵੀਟ ਕਰ ਕਰਕੇ ਸਾਡੇ ਪੰਜਾਬੀਆਂ ਦਾ, ਸਾਡੇ ਕਿਸਾਨਾਂ ਦਾ, ਇਕੱਲੇ ਪੰਜਾਬੀ ਨਹੀਂ, ਜਿੰਨੇ ਵੀ ਕਿਸਾਨ ਜੁੜ ਚੁੱਕੇ ਆ ਉਹਨਾਂ ਨੂੰ ਗਲਤ ਪੋਰਟਰੇ ਕੀਤਾ ਜਾ ਰਿਹਾ ਦੁਨੀਆ ਦੇ ਸਾਹਮਣੇ। ਆਪਣੇ ਆਪ ਨੂੰ ਸਹੀ ਸਾਬਤ ਔਰ ਕਿਸਾਨਾਂ ਨੂੰ ਗਲਤ ਸਾਬਤ ਕੀਤਾ ਜਾ ਰਿਹਾ। ਕਦੇ ਉਹਨਾਂ ਨੂੰ ਕੋਈ ਟੈਗ ਦੇ ਦਿੱਤਾ ਜਾਂਦਾ ਹੈ, ਕਿਸਾਨਾਂ ਨੂੰ ਕਦੇ ਕੋਈ ਟੈਗ ਦੇ ਦਿੱਤਾ ਜਾਂਦਾ। ਸੋ ਉਸ ਬਾਰੇ ਆਪਾਂ ਗੱਲ ਕਰਾਂਗੇ। ਔਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਇਸ ਬਾਰੇ ਆਪਣਾ ਪੱਖ ਕਮੈਂਟਸ ਦੇ ਵਿੱਚ ਰੱਖੋ, ਤਾਂ ਕਿ ਮੈਨੂੰ ਵੀ ਟਾਈਮ ਟੂ ਟਾਈਮ ਪਤਾ ਲੱਗਦਾ ਰਹੇ ਕਿ ਤੁਸੀਂ ਸਭ ਕੀ ਸੋਚਦੇ ਹੋ ਇਹਦੇ ਬਾਰੇ, ਜੋ ਵੀ ਹੋ ਰਿਹਾ। ਸੋ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ, ਜੋ ਵੀ ਟਵੀਟ ਤੇ ਇੱਕ ਜੰਗ ਚੱਲ ਰਿਹਾ ਅਬ, ਜੋ ਕਿ ਅਸੀਂ ਪੰਜਾਬੀ ਤਾਂ ਪਹਿਲੀ ਗੱਲ ਆ, ਦੇਖੋ ਇਹ ਸੰਘਰਸ਼ ਸ਼ੁਰੂ ਹੋਇਆ, ਨੋ ਡਾਊਟ ਇਹਨੂੰ ਪੰਜਾਬੀਆਂ ਨੇ ਮੂਹਰੇ ਲੈ ਕੇ ਆਏ। ਪੰਜਾਬੀਆਂ ਨੇ ਇਸ ਅੰਦੋਲਨ ਨੂੰ, ਇਸ ਸੰਘਰਸ਼ ਨੂੰ ਉਸ ਸਿਖਰ ਤੱਕ ਪਹੁੰਚਾਤਾ ਕਿ ਅੱਜ ਪੂਰਾ ਮੁਲਕ, ਪੂਰੀ ਦੁਨੀਆ ਇਹਦੇ ਬਾਰੇ ਡਿਸਕਸ ਕਰ ਰਹੀ ਆ ਔਰ ਇਹਦੇ ਵਾਸਤੇ ਚਿੰਤਤ ਵੀ ਹੈ। ਫਿਰ ਜਦੋਂ ਵੀ ਇਸ ਤਰ੍ਹਾਂ ਦੇ ਅੰਦੋਲਨ ਹੁੰਦੇ ਆ, ਸਰਕਾਰਾਂ ਵੱਲੋਂ ਇਸ ਤਰ੍ਹਾਂ ਦੀਆਂ ਨੀਤੀਆਂ ਅਪਣਾਈਆਂ ਜਾਂਦੀਆਂ ਕਿ ਇਹੋ ਜਿਹੇ ਅੰਦੋਲਨ ਖਤਮ ਹੋ ਜਾਣ, ਖਰਾਬ ਕਰ ਦਿੱਤੇ ਜਾਣ, ਲੋਕਾਂ ਨੂੰ ਆਪਸ 'ਚ ਤੋੜ ਦਿੱਤਾ ਜਾਏ। ਬਹੁਤ ਕੁਝ ਹੋਇਆ ਵੀ ਆ ਪਿਛਲੇ ਹਫ਼ਤੇ, ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਜੋ ਕੁਝ ਹੋਇਆ। ਸੋ ਇਹ ਨੀਤੀਆਂ ਵੀ ਨਾਲ ਚੱਲਦੀਆਂ ਸੀਗੀਆਂ। ਸਰਕਾਰਾਂ ਨੇ ਆਪਣਾ ਕੰਮ ਕਰਨਾ ਸੀਗਾ, ਜਿਹੜੇ ਫਾਰਮਰਸ ਬੈਠੇ ਆ, ਕਿਸਾਨ ਬੈਠੇ ਆ ਉੱਥੇ ਬਾਰਡਰਸ ਤੇ, ਉਹਨਾਂ ਨੇ ਆਪਣਾ ਕੰਮ ਕਰਨਾ ਸੀਗਾ। ਔਰ ਉਹ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਇਹ ਅੰਦੋਲਨ ਜਦੋਂ ਇੰਨਾ ਅੱਗੇ ਵੱਧ ਰਿਹਾ ਸੀਗਾ, ਇਹੀ ਚੀਜ਼ ਸਰਕਾਰ ਤੋਂ ਜਰੀ ਨਹੀਂ ਗਈ। ਸੋ ਉਹਨਾਂ ਨੂੰ ਕਦੇ ਵੀ ਮੌਕਾ ਨਹੀਂ ਮਿਲ ਰਿਹਾ ਸੀਗਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਇਹਨਾਂ ਦੀ ਛਵੀ ਨੂੰ ਖਰਾਬ ਕਰੀਏ, ਦੁਨੀਆ 'ਚ ਅਸੀਂ ਇਹਨਾਂ ਨੂੰ ਜੋ ਉਹ ਹਮੇਸ਼ਾ ਕਹਿੰਦੇ ਆ ਟੈਰਰਿਸਟ, ਕਿਸ ਤਰ੍ਹਾਂ ਅਸੀਂ ਸਾਬਤ ਕਰੀਏ। ਲੜਾਈ ਦਾ, ਮਾਰ ਕੁੱਟ ਦਾ, ਇਸ ਤਰ੍ਹਾਂ ਦੇ ਉਹਨਾਂ ਨੂੰ ਫੁਟੇਜ ਨਹੀਂ ਮਿਲ ਰਹੇ ਸੀਗੇ। ਸੋ ਉਹ ਸਭ ਦਾ ਕ੍ਰੀਏਸ਼ਨ ਹੋਈ ਉਹਦੀ, ਉਹ ਚੀਜ਼ ਵੀ ਸਾਰੀ ਦੁਨੀਆ ਦੇ ਅੱਗੇ ਉਹਨਾਂ ਨੇ ਆਪਣੇ ਮੀਡੀਆ ਦੇ ਰਾਹੀਂ, ਜਿਹੜਾ ਗੋਦੀ ਮੀਡੀਆ, ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ, ਬਟ ਉਹਦੇ 'ਚ ਵੀ ਉਹ ਫੇਲ ਹੋ ਗਏ। ਜੋ ਵੀ ਹੁੰਦਾ ਕੁਝ ਸੀਗਾ, ਉਹਨੂੰ ਦਿਖਾਇਆ ਕੁਝ ਜਾਂਦਾ ਸੀਗਾ, ਗਲਤ ਤਰੀਕੇ ਨਾਲ ਉਹਨਾਂ ਨੂੰ ਪੋਰਟਰੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਦਾ ਉਹ ਡਰਾਮਾ ਵੀ ਫੇਲ ਹੋ ਗਿਆ ਸਰਕਾਰ ਦਾ। ਸੋ ਬਹੁਤ ਕੋਸ਼ਿਸ਼ਾਂ ਕੀਤੀਆਂ। 26 ਤਰੀਕ ਤੋਂ ਬਾਅਦ ਇੱਦਾਂ ਲੱਗਦਾ ਸੀਗਾ ਕਿ ਸੰਘਰਸ਼ ਸਾਡਾ ਖਤਮ ਹੋ ਜਾਊਗਾ, ਤਾਰ ਹੋ ਗਿਆ, ਅਲੱਗ ਹੋ ਜਾਣਗੇ ਸਾਰੇ, ਕਿਉਂਕਿ ਉਹ ਜਿਹੜਾ ਪਲਾਨ ਸੀਗਾ, ਉਹ ਪਲਾਨਿੰਗ ਇਸ ਤਰੀਕੇ ਨਾਲ ਕੀਤਾ ਗਿਆ ਸੀ, ਜੋ ਹਮੇਸ਼ਾ ਤੋਂ ਇਸ ਸਰਕਾਰ, ਮੌਜੂਦਾ ਸਰਕਾਰ ਦੀ ਨੀਤੀ ਰਹੀ ਹੈ ਕਿ ਇਹਨਾਂ ਨੂੰ ਅਲੱਗ ਹੀ ਕਰੀਏ, ਇੱਕ ਨਾ ਹੋਣ ਦੇਈਏ ਅਸੀਂ ਆਪਸੀ ਭਾਈਚਾਰੇ ਨੂੰ। ਔਰ ਸ਼ਾਇਦ ਉਹ ਖਤਮ ਹੋ ਜਾਂਦਾ ਅਗਰ ਟਕੈਤ ਸਾਹਿਬ ਨਾ ਹੁੰਦੇ ਔਰ ਉਹਨਾਂ ਦਾ ਉਹ ਹੰਝੂ ਨਾ ਆਉਂਦੇ ਬਾਹਰ, ਔਰ ਦੁਨੀਆ ਉਹਨਾਂ ਨਾਲ ਸ਼ਾਇਦ ਨਾ ਜੁੜਦੀ। ਅੱਜ ਅੰਦੋਲਨ ਉਸ ਤੋਂ ਦੁਗਣੀ ਲਹਿਰ ਇਸ ਅੰਦੋਲਨ ਦੀ ਦੁਨੀਆ ਦੇ ਵਿੱਚ ਜਾ ਚੁੱਕੀ ਹੈ। ਦੁਗਣੇ ਜੋਸ਼ ਦੇ ਨਾਲ ਇਹ ਅੰਦੋਲਨ ਅੱਜ ਦੁਬਾਰਾ ਖੜਾ ਹੋ ਗਿਆ, ਜੋ ਕਿ ਕਦੇ ਵੀ ਮਨਜ਼ੂਰ ਨਹੀਂ ਸੀਗਾ ਸਰਕਾਰ ਨੂੰ। ਸੋ ਇੱਕ ਜਿਹੜਾ ਉਹਨਾਂ ਦਾ ਪ੍ਰੋਪੇਗੈਂਡਾ ਸੀਗਾ ਉਹ ਫੇਲ ਹੋ ਗਿਆ। ਉਸ ਤੋਂ ਬਾਅਦ ਉਹਨਾਂ ਨੇ ਇੱਕ ਨਵੀਂ ਜੰਗ ਚਲਾਈ ਹੈ ਇੱਥੇ। ਰਿਹਾਨਾ ਨੇ ਇੱਕ ਟਵੀਟ ਕੀਤਾ, ਉਹ ਟਵੀਟ ਨੇ ਹਨੇਰੀ ਲਿਆ ਦਿੱਤੀ, ਪੂਰੀ ਤੂਫਾਨ ਹੀ ਜਿਵੇਂ ਆ ਜਾਂਦਾ। ਔਰ ਉਸ ਟਵੀਟ ਦਾ ਇੰਨਾ ਕੁ ਅਸਰ ਪਿਆ ਕਿ ਸਾਡੇ ਜਿਹੜਾ ਬਾਲੀਵੁੱਡ ਪਿਛਲੇ 2 ਮਹੀਨਿਆਂ ਤੋਂ 4 ਮਹੀਨਿਆਂ ਤੋਂ ਚੁੱਪ ਬੈਠਾ ਸੀਗਾ, ਉਹ ਸਡਨਲੀ ਉਹਨੂੰ ਜਾਗ ਆ ਗਈ, ਉਹ ਬੜਾ ਅਵੇਅਰ ਹੋ ਗਿਆ। ਔਰ ਅਵੇਅਰ ਕਿਹਦੇ ਲਈ ਹੋਇਆ ਕਿ ਸਾਡੇ ਦੇਸ਼ ਨੂੰ ਤੁਸੀਂ ਮਾੜਾ ਨਾ ਦਿਖਾਓ, ਸਾਡੇ ਦੇਸ਼ ਦੇ ਇੰਟਰਨਲ ਮਾਮਲਿਆਂ ਦੇ ਵਿੱਚ ਬਾਹਰਲੀ ਸੈਲੀਬ੍ਰਿਟੀਜ਼ ਕਿਵੇਂ ਇੰਟਰਫੇਅਰ ਕਰ ਸਕਦੀਆਂ।
सो मुद्दा है काफ़ी सारे ट्वीट मैं रीड किए जिन्हों विचों कुछ क मैं तुहाडे नाल शेयर भी करांगी मेरे को जिन्ने क भी मैं उन्होंने इकट्ठे कर सकी सो जिहड़े साडे सिंह इज़ किंग अक्षय कुमार जी उन्हां दा भी ट्वीट आउंदा और उस ट्वीट दे विच ओह कह रहे साडे विच डिफरेंसिस ना पाओ साडे विच डिफरेंसिस ना पाओ ते एक मुहिम स्टार्ट की गई है इंडिया अगेंस्ट प्रोपेगेंडा और बड़े हैशटैग ये सारी बॉलीवुड सैलीब्रिटीज़ पा रही ने वट दे वांट टू प्रूव कि वो देश दे नाल ने और ये सारी दुनिया नू पता है कि सैलीब्रिटीज़ हमेशा वो एवें कोई ट्वीट पाउंदे ही नहीं गए अगर ये भी ट्वीट आए है ना ये ट्वीट कंगना दे ट्वीट हैगे आ या अक्षय कुमार दे या अजय देवगन दे जो भी सो कॉल्ड जिन्ने भी इत्थे सैलीब्रिटीज़ जिहड़े इंडिया अगेंस्ट प्रोपेगेंडा दे हैशटैग पा रहे ने वो सब पेड ने ये मैं नहीं कह रही एजेंसीज़ कहंदियां ने और इन्हां ते स्ट्रिंग ऑपरेशन भी होए आ बहुत सारे इन्हां दी बकायदा बोलियां लगदियां और उस तो बाद इन्हां दी प्रॉपर मीटिंग्स होंदियां ने ये इस तरह दी वीडियोज़ तुसी यूट्यूब ते देख सकदे हो स्ट्रिंग ऑपरेशन जिहड़े होए आ इन्हां ते वो तुसी देख सकदे हो बाकी अक्षय कुमार जी बारे तो कुछ कहने की लोड़ ही नहीं हैगी वो तो प्रॉपर मोदी भगत ने है ना उन्होंने बारे कुछ कहने की लोड़ ही नहीं तो आप किन्हां तो एक्सपैक्ट कर रहे हैं वो मरे ज़मीरां वालियां तो एक्सपैक्ट कर रहे हैं जिन्होंने किसानां दा दर्द नहीं दिखिया 2 महीने तो जदों वो मींह कणी दे विच उत्थे बारिशां दे विच ठंड दे विच इन्ने मुश्किलां दे नाल उत्थे बैठे रहे वो नहीं उन्होंने दिखिया उन्होंने रिहाना दा ट्वीट जरूर दिख गया कि ये हुण साडे इंडिया नूं अलगाव कर रहे ने और उत्तों दी मैडम कंगना जी आ जाते हैं और कंगना जी कहते हैं तुसी साडे देश नूं तोड़न दी कोशिश कर रहे हो रिहाना दे खालिस्तानियां दे नाल लिंक्स हैगे ने उन्हां नूं उत्थों फंड आउंदे आ रिहाना खालिस्तानी है और बड़ा कुछ उन्हें बोलिया वीडियोज़ पोस्ट कर रही है मैनू लगता है शी इज़ आउट ऑफ हर माइंड ਉਹਦੇ ਵਿੱਚ ਉਹਨੂੰ शायद किसी डॉक्टर की लोड़ हैगी आ ਉਹਦਾ मैंटल स्टेटस ठीक नहीं हैगा उन्होंने शायद किसी डॉक्टर की लोड़ हैगी है प्लीज़ साडे जिन्ने मेरे इत्थे देख रहे हैं ना इस लाइव नो प्लीज़ मेरा ये किसी वधिया डॉक्टर के नाल कंसल्ट करियो ताकि आप उस डॉक्टर को भेजण दी आप ट्वीट करांगे कि तू इस डॉक्टर को जा सकदी हाँ शी इज़ आउट ऑफ हर माइंड की कुछ बोल रहे हैं मतलब हॉलीवुड सैलीब्रिटीज़ दे खालिस्तानियां दे नाल कनैक्शन है ਪਹਿਲਾਂ ਤਾਂ ਜੀ ਸਾਡੇ ਪੰਜਾਬੀਆਂ ਨੂੰ ਉਹਨਾਂ ਨੇ ਖਾਲਿਸਤਾਨੀ ਦੇਣ ਦਾ ਇੱਕ ਟੈਗ ਇਹ ਆਤੰਕਵਾਦੀ ਨੇ ਇਹ ਖਾਲਿਸਤਾਨੀ ਨੇ ਇਹਨਾਂ ਨੂੰ ਫੰਡਸ ਆਉਂਦੇ ਨੇ ਔਰ ਸਾਡੇ ਇੰਟਰਨਲ ਮਾਮਲਿਆਂ ਦੇ ਵਿੱਚ ਨਾ ਇਹ 3-4 ਚੀਜ਼ਾਂ ਨੇ ਜਿਹੜੀਆਂ ਜਿਨ੍ਹਾਂ ਬਾਰੇ ਆਪਾਂ ਡਿਸਕਸ ਕਰਾਂਗੇ प्लीज़ उर्दू और हिंदी स्पीकिंग हम यहाँ पर मैं हिंदी ਦੇ ਵਿੱਚ ਜਿਹੜੇ ਸਾਡੇ ਨਾਲ ਕਾਫੀ ਇੱਥੇ ਹਿੰਦੀ ਦੇ ਵਿੱਚ ਵੀ ਜਿਨ੍ਹਾਂ ਨੂੰ ਹਿੰਦੀ ਸਮਝ ਆਉਂਦੀ ਉਹ ਲੋਕ ਇੱਥੇ ਆਪਣੇ ਨਾਲ ਜੁੜੇ ਹੁੰਦੇ ਆ ਸੋ ਮੈਂ ਹਿੰਦੀ ਦੇ ਵਿੱਚ ਥੋੜਾ ਜਿਹਾ ਕੋਸ਼ਿਸ਼ ਕਰਾਂਗੀ ਬੋਲਾਂ हाँ सो मैं ਉਹਦੇ ਵਿੱਚ ਇੱਕ ਟਵੀਟ ਸੀਗਾ ਕੰਗਨਾ ਦਾ ਕਿ ਇਹ ਖਾਲਿਸਤਾਨੀ ਹੈ ਸ਼ੀ ਇਜ਼ ਖਾਲਿਸਤਾਨੀ ਰਿਆਨਾ ਔਰ ਰਿਆਨਾ ਦੇ ਖਾਲਿਸਤਾਨੀਆਂ ਤੋਂ ਫੰਡਸ ਆਏ ਆ ਇਹ ਔਰ ਜਿਹੜੀ ਇਹਦੇ ਟਵੀਟ ਕੀਤਾ ਉਹ ਟਵੀਟ ਵੀ ਪੇਡ ਹੈ ਔਰ ਜਾਂ ਫਿਰ ਉਹ ਜਿਹੜਾ ਹੈਸ਼ਟੈਗ ਹੈ ਉਹ ਪੇਡ ਹੈ ਹੁਣ ਇਸ ਤਰ੍ਹਾਂ ਦੇ ਵੀ ਇੱਕ ਮੈਂ ਦੇਖ ਰਹੀ ਸੀ ਕਿ ਪੋਸਟ ਇੱਦਾਂ ਦੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਲਿਖਿਆ ਕਿ ਇਹ ਜਿਹੜੇ ਹੈਸ਼ਟੈਗ ਹੈ ਇਹ ਬਾਏ ਕੀਤਾ ਗਿਆ ਇਹ ਪੇਡ ਹੈ ਜਦੋਂ ਕੋਈ ਸੱਚ ਬੋਲਣ ਲੱਗਦਾ ਤੇ ਉਹ ਪੇਡ ਹੋ ਜਾਂਦਾ और ये जो बोलते हैं वो पेड़ नहीं होंदा वो सच होंदा ये देशभक्त हैं ये देशभक्त हैं हमारे सारे बॉलीवुड वो देशभक्त हैं बाकी जितने भी हमारे किसान बैठे हैं वो सारे देशद्रोही हैं अपनियां हक्कां दी गल करन वाले जिहड़े लोग ने साडे देश दे ओही साडे ओ इन्हां नूं देशद्रोह दिख रहे ने अपने मंगां उन्हां दी हैगियां कि अपने हक्कां दी लड़ाई वो लड़ रहे ने और उन्हां लई देशद्रोह हैगे ने वो देशद्रोही है इन्हां नूं शर्म नहीं आउंदी इस तरह दी बेहुदा गल्लां करदे होए और ਇਹ ਕੰਗਨਾ ਤੋਂ ਤੁਸੀਂ ਐਕਸਪੈਕਟ ਹੀ ਨਹੀਂ ਕਰਦੇ ਕੁਝ ਹੁਣ ਉਹ ਤਾਂ ਅਸੀਂ ਉਹਨੂੰ ਇਨਸਾਨ ਦੀ ਕੈਟਾਗਰੀ 'ਚ ਨਹੀਂ ਸ਼ਾਇਦ ਅਸੀਂ ਮੰਨਦੇ ਹੁਣ ਔਰ ਇੱਕ ਗੱਲ ਅਸੀਂ ਅੱਜ ਇੱਥੇ ਆਪਾਂ ਇੱਥੇ ਅੱਜ ਇੱਕ ਗੱਲ ਸਾਰੇ ਜਣੇ ਆਪਾਂ ਇਹ ਕਸਮ ਖਾਈਏ
ਕਿ ਆ ਜਿੰਨੇ ਵੀ ਬਾਲੀਵੁੱਡ ਹੈਗੇ ਆ ਤੁਹਾਡੇ ਸਾਹਮਣੇ ਇਹਨਾਂ ਸਾਰਿਆਂ ਦੇ ਚਿਹਰੇ ਆ ਗਏ ਆ, ਉਹ ਤੁਹਾਡੇ ਨਹੀਂ ਹੈਗੇ। ਔਰ ਜਿਹੜਾ ਵੀ ਅੱਜ ਤੋਂ ਬਾਅਦ, ਮੈਂ ਇੱਕ ਗੱਲ ਇਹਦੇ ਵਿੱਚ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਗੁਰੂ ਸਾਹਿਬਾਨ ਤੇ ਜਿੰਨੀਆਂ ਵੀ ਫਿਲਮਾਂ ਬਣਦੀਆਂ ਸੀਗੀਆਂ, ਅੱਜ ਤੱਕ ਉਹਨਾਂ ਦੇ ਰੋਲ ਨੂੰ ਕੋਈ ਪਲੇ ਨਹੀਂ ਕਰਨ ਦਿੱਤਾ ਗਿਆ। ਉਹਨਾਂ ਹਮੇਸ਼ਾ ਉਹਨਾਂ ਦੀ ਇੱਕ ਧੁੰਦਲੀ ਜੀ ਇਮੇਜ ਨੂੰ ਜ਼ਰੂਰ ਅੱਗੇ, ਪਰ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਉਹਨਾਂ ਦੀ ਸਾਕਸ਼ਾਤ ਉਹਨਾਂ ਦੇ ਰੋਲ ਨੂੰ ਪਲੇ ਕਰਨ ਵਾਸਤੇ ਕਿਸੇ ਐਕਟਰ ਨੇ ਕੋਸ਼ਿਸ਼ ਵੀ ਕੀਤੀ ਹੋਵੇ, ਕਿਉਂਕਿ ਅਸੀਂ ਕਰਨ ਹੀ ਨਹੀਂ ਦਿੱਤਾ। ਸੋ ਅਸੀਂ ਅੱਜ ਤੋਂ ਇੱਕ ਕਸਮ ਖਾਈਏ ਕਿ ਸਾਡੇ ਪੱਗ ਜਿਹੜੀ ਸਾਡੇ ਪੰਜਾਬੀਆਂ ਦੀ ਪੱਗ ਹੈਗੀ ਆ, ਅਗਰ ਉਹਨੂੰ ਕੋਈ ਐਕਟਰ ਪੱਗ ਨੂੰ ਬੰਨ੍ਹ ਕੇ ਕੋਈ ਫਿਲਮ ਕਰ ਰਿਹਾ ਜਾਂ ਸਾਡੇ ਸੈਂਟੀਮੈਂਟਸ ਦੇ ਨਾਲ ਪਲੇ ਕਰਕੇ ਔਰ ਆਪਣਾ ਬਿਜ਼ਨਸ ਬਣਾਉਣਾ ਚਾਹੁੰਦਾ, ਅਸੀਂ ਉਹ ਨਾ ਕਰਨ ਦੇਈਏ। ਜਿਸ ਤਰ੍ਹਾਂ ਗੁਰੂ ਸਾਹਿਬਾਨ ਦੀ ਫਿਲਮਾਂ ਨਹੀਂ ਬਣਨ ਦਿੱਤੀਆਂ ਗਈਆਂ ਨਾ, ਇਸ ਤਰ੍ਹਾਂ ਕਿ ਉਹਨਾਂ ਦੇ ਰੋਲ ਨੂੰ ਕੋਈ ਪਲੇ ਕਰ ਸਕਦਾ, ਇਸੇ ਤਰ੍ਹਾਂ ਪੰਜਾਬੀ ਦਾ ਰੋਲ ਵੀ ਕੋਈ ਨਹੀਂ ਪਲੇ ਕਰ ਸਕਦਾ। ਪਹਿਲਾਂ ਉਹਨੂੰ ਜਸਟਿਸ ਉਹ ਕਰਨ ਕਿ ਉਹ ਇਸ ਰੋਲ ਨੂੰ ਕਰਨ ਲਈ ਵਾਕਈ ਹੀ ਕਾਬਿਲ ਹੈਗੇ ਆ। ਸਿਰਫ ਇਹ ਪੈਸਾ ਕਮਾਉਣਾ ਜਾਣਦੇ ਆ ਇਹਨਾਂ ਨੇ। ਅੱਜ ਜਦੋਂ ਲੋੜ ਸੀਗੀ ਜਿਨ੍ਹਾਂ ਪੰਜਾਬੀਆਂ ਸਿੰਘ ਇਜ਼ ਕਿੰਗ, ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ, ਇਹਨਾਂ ਨੇ ਬਹੁਤ ਲੋਕਾਂ ਦੇ ਸੈਂਟੀਮੈਂਟ ਦੇ ਨਾਲ ਪਲੇ ਕੀਤਾ, ਬੜਾ ਕੈਸ਼ ਕੀਤਾ ਇਹਨਾਂ ਨੇ, ਬਹੁਤ ਪੈਸਾ ਵੀ ਕਮਾਇਆ। ਅੱਜ ਉਹ ਖੜੇ ਆ ਸਾਡੇ ਨਾਲ, ਜਿੱਥੇ ਸਾਡੇ ਲੋੜ ਸੀਗੀ ਉਹਨਾਂ ਦੀ ਸਾਨੂੰ ਲੋੜ ਸੀਗੀ, ਅੱਜ ਉਹ ਖੜੇ ਆ। ਸੋ ਅਸੀਂ ਇਹ ਸਾਡੇ ਭੋਲੇਪਨ ਦਾ ਫਾਇਦਾ, ਅਸੀਂ ਬਹੁਤ ਜਲਦੀ ਭੁੱਲ ਜਾਂਦੇ ਹਾਂ ਗੱਲਾਂ ਨੂੰ। ਪਰ ਹੁਣ ਜੋ ਹੋਇਆ ਇਹਨੂੰ ਨਾ ਭੁੱਲਣਾ ਚਾਹੀਦਾ, ਆਪਾਂ ਨੂੰ ਨਾ ਕਦੇ ਭੁੱਲਣ ਦੇਣਾ ਚਾਹੀਦਾ, ਕਿਉਂਕਿ ਅੱਜ ਸਭ ਦੇ ਚਿਹਰੇ ਸਾਹਮਣੇ ਆ ਗਏ ਆ। ਅੱਤਵਾਦੀ ਸਾਨੂੰ ਦੱਸਿਆ ਗਿਆ, ਅਸੀਂ ਅਲਗਾਵਵਾਦੀ ਹਾਂ। ਅਗਰ ਸਾਡੇ ਹੱਕ ਦੇ ਵਾਸਤੇ ਕੋਈ ਬੋਲਦਾ ਤੇ ਉਹਨਾਂ ਦੇ ਵੀ ਲਿੰਕਸ ਹੈਗੇ ਨੇ ਅੱਤਵਾਦੀਆਂ ਦੇ ਨਾਲ, ਉਹ ਖਾਲਿਸਤਾਨੀਆਂ ਨੂੰ ਉਹਨਾਂ ਨੂੰ ਫੰਡਸ ਆਉਂਦਾ। ਔਰ ਸਾਡੇ ਇੰਟਰਨਲ ਮਾਮਲਿਆਂ ਦੇ ਵਿੱਚ ਕੋਈ ਬੋਲੇ ਨਾ, ਇਹ ਬਾਲੀਵੁੱਡ ਸੈਲੀਬ੍ਰਿਟੀਜ਼ ਦਾ ਕਹਿਣਾ। ਸਾਡੇ 'ਚ ਡਿਫਰੈਂਸਿਸ ਨਾ ਪੈਦਾ ਕੀਤੇ ਜਾਣ। ਜਦੋਂ ਥੋੜੇ ਕੁ ਦਿਨ ਪਹਿਲਾਂ ਜਦੋਂ ਕੈਨੇਡਾ, ਆਈ ਥਿੰਕ ਅਮਰੀਕਾ ਦੇ ਵਿੱਚ ਟਰੱਕ ਫਸ ਗਏ ਸੀਗੇ, ਹਜ਼ਾਰਾਂ ਦੀ ਗਿਣਤੀ ਸਨੋ ਦੇ ਵਿੱਚ ਟਰੱਕ ਫਸ ਗਏ ਸੀ, ਉੱਥੇ ਰਵੀ ਸਿੰਘ ਖਾਲਸਾ ਜੀ ਉਹ ਉੱਥੇ ਗਏ ਸੀਗੇ। ਖਾਲਸਾ ਏਡ ਨੇ ਉੱਥੇ ਜਾ ਕੇ ਉਹਨਾਂ ਨੂੰ ਲੰਗਰ ਪਾਣੀ, ਉੱਥੇ ਪੀਜ਼ਾਸ ਪਹੁੰਚਾਏ, ਉਹਨਾਂ ਦਾ ਖਾਣ ਪੀਣ ਦਾ ਅਰੇਂਜਮੈਂਟ ਕੀਤਾ। ਉਸ ਵੇਲੇ ਕਿ ਉਹ ਖਾਲਿਸਤਾਨੀ ਸੀਗੇ, ਇਸ ਕਰਕੇ ਉੱਥੇ ਗਏ, ਉਹ ਸੇਵਾ ਕਰ ਰਹੇ ਨੇ। ਕਿਤੇ ਕੋਈ ਅਫਰੀਕਾ ਦੇ ਵਿੱਚ ਕੁਝ ਹੋਇਆ, ਮਹਾਮਾਰੀ ਆਈ, ਕੋਈ ਸੀਰੀਆ ਦੇ ਵਿੱਚ ਕੁਝ ਹੋਇਆ, ਉੱਥੇ ਉਹ ਖਾਲਸਾ ਏਡ ਭੱਜ ਕੇ ਪਹੁੰਚੀ, ਉੱਥੇ ਪਹਿਲੇ ਨੰਬਰ ਤੇ ਉੱਥੇ ਜਾ ਕੇ ਉਹਨਾਂ ਨੇ ਸੇਵਾ ਕੀਤੀ। ਅੱਜ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਅਗਰ ਗੱਲ ਕਰ ਰਹੀਆਂ ਨੇ, ਨਾਲ ਖੜ ਰਹੀਆਂ, ਉਹਨਾਂ ਨੇ ਦੇਖੀਆਂ ਉਹ ਚੀਜ਼ਾਂ, ਉਹ ਐਪਰੀਸ਼ੀਏਟ ਕਰਦੇ ਆ ਕਿ ਇਹ ਲੋਕ, ਇਹ ਪੰਜਾਬੀ ਸਾਡੇ ਨਾਲ ਆ ਕੇ ਖੜੇ ਹੋਏ, ਇਸ ਕਰਕੇ ਉਹ ਅੱਜ ਸਾਡੇ ਸਪੋਰਟ ਦੇ ਵਿੱਚ ਆਏ ਅੱਗੇ। ਇਹ ਬਾਲੀਵੁੱਡ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਕਿ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਨੂੰ ਸਾਡਾ ਦੁੱਖ ਦਿਖ ਰਿਹਾ ਹੈ, ਬਟ ਸਾਡੇ ਇੰਡੀਆ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਰਾਜੇ ਬਣਾਇਆ, ਅਸੀਂ ਉਹਨਾਂ ਨੂੰ ਮਹਿਲਾਂ ਦਾ ਰਾਜਾ ਬਣਾਇਆ, ਜਿਹੜੇ ਮਹਿਲਾਂ 'ਚ ਅੱਜ ਉਹ ਬੈਠੇ ਨੇ, ਉਹਨਾਂ ਨੂੰ ਸਾਡੇ ਕਿਸਾਨਾਂ ਦਾ ਦੁੱਖ ਨਹੀਂ ਨਜ਼ਰ ਆਇਆ। ਔਰ ਇਹ ਉੱਤੋਂ ਦੀ ਸ਼ਰਮਨਾਕ ਸਟੇਟਮੈਂਟਸ ਦਿੰਦੇ ਆ ਕਿ ਇਹ ਤਾਂ ਜੀ ਫੰਡਸ ਆਏ ਹੋਣਗੇ, ਇਹ ਪੇਡ ਟਵੀਟ ਹੋਣੇ ਆ, ਇਹ ਪੇਡ ਟ੍ਰੈਂਡਿੰਗ ਹੈਸ਼ਟੈਗ ਹੋਣੇ ਆ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ? ਇੰਨੇ ਮਰੇ ਜ਼ਮੀਰਾਂ ਵਾਲੇ ਇਹ ਬਾਲੀਵੁੱਡ ਸੈਲੀਬ੍ਰਿਟੀਜ਼ ਹੈਗੇ ਆ, ਔਰ ਅਸੀਂ ਉਹਨਾਂ ਨੂੰ ਐਂ ਤਲੀਆਂ ਤੇ ਚੱਕਦੇ ਹਾਂ। ਸੋ ਸਟਾਪ ਦਿਸ। ਅੱਜ ਤੋਂ ਬਾਅਦ ਇਹਨਾਂ ਲੋਕਾਂ ਨੂੰ ਬਾਈਕਾਟ ਕਰੋ। ਇਹਨਾਂ ਦੀਆਂ ਫਿਲਮਾਂ ਹਰਿਆਣਾ, ਪੰਜਾਬ, ਯੂਪੀ, ਜਿੱਥੇ ਜਿੱਥੇ ਸਾਡੇ ਕਿਸਾਨ ਅੱਜ ਇੱਕ ਹੋ ਗਏ ਨੇ, ਜਿਨ੍ਹਾਂ ਨੇ ਆਵਾਜ਼ ਚੱਕੀ, ਇੱਥੇ ਬਾਈਕਾਟ ਕਰੋ। ਇੱਥੇ ਇਹਨਾਂ ਦੀ ਫਿਲਮਾਂ ਨਹੀਂ ਰਿਲੀਜ਼ ਹੋਣੀਆਂ ਚਾਹੀਦੀਆਂ। ਇਹ ਜਿਨ੍ਹਾਂ ਦੀ ਜੁੱਤੀਆਂ ਚੱਟਦੇ ਆ ਨਾ, ਉਹਨਾਂ ਦੀ ਜੁੱਤੀਆਂ ਇਹਨਾਂ ਨੂੰ ਚੱਟ ਲੈਣ ਦਿਓ। ਇਹਨਾਂ ਨੂੰ ਫਿਰ ਪਤਾ ਲੱਗੂਗਾ, ਜਦੋਂ ਇਹਨਾਂ ਦੀ ਫਿਲਮਾਂ ਨਾ ਲੱਗਣਗੀਆਂ, ਫਿਰ ਇਹਨਾਂ ਨੂੰ ਪਤਾ ਲੱਗੂਗਾ ਕਿ ਕੌਣ ਸਹੀ ਸੀ, ਕੌਣ ਗਲਤ ਸੀਗਾ। ਸੋ ਏਕਾ ਕਰਨ ਦੀ ਲੋੜ ਹੈਗੀ ਆ। ਇਹ ਜਿਹੜੇ ਬੇਹੁਦਾ ਸਟੇਟਮੈਂਟਸ ਦਿੰਦੇ ਆ, ਇਹਨਾਂ ਦਾ ਬਾਈਕਾਟ ਕਰੋ। ਔਰ ਮੈਂ ਜ਼ਿਆਦਾ ਚੁੱਪੀ ਜਿਹੜੀ ਹੁੰਦੀ ਆ ਉਹ ਵੀ ਮਾੜੀ ਹੁੰਦੀ ਆ। ਜ਼ੁਲਮ ਕਰਨਾ ਪਾਪ ਹੈ, ਪਰ ਜ਼ੁਲਮ ਨੂੰ ਸਹਿਣਾ ਉਸ ਤੋਂ ਵੱਡਾ ਪਾਪ ਹੈ। ਸੋ ਜਿਹੜੀ ਵੀ ਲੋਕ ਕਰ ਰਹੇ ਆ ਨਾ, ਸਟਰੀਟ ਕਰਕੇ ਸਾਡੀ ਜਿਹੜਾ ਧੂਮਿਲ ਕਰਨਾ ਚਾਹੁੰਦੇ ਨੇ, ਛਵੀ ਨੂੰ ਦਾਗਦਾਰ ਕਰਨਾ ਚਾਹੁੰਦੇ ਆ, ਇਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹ ਕੌਮ ਕਿਸ ਤਰ੍ਹਾਂ ਦੀ ਹੈ। ਇਹ ਕਿਸਾਨ ਨੇ, ਇਹ ਸਭ ਨੂੰ ਪਤਾ ਹੈ ਕਿ ਇਹ ਅਗਰ ਉਗਾਉਣਾ ਜਾਣਦਾ ਤੇ ਇਹ ਆਪਣੇ ਹੱਕਾਂ ਲਈ ਲੜਨਾ ਵੀ ਜਾਣਦਾ। ਤੇ ਉਸ ਤੋਂ ਬਾਅਦ ਅੱਜ ਸਾਰੀ ਦੁਨੀਆ ਨੇ ਦੇਖ ਲਿਆ ਕਿ ਉਹ ਕੀ ਕਰ ਸਕਦਾ। ਔਰ ਸਰਕਾਰ ਦੀ ਗੰਦੀਆਂ ਨੀਤੀਆਂ ਕਿ ਇੰਨੀ ਡਰ ਚੁੱਕੀ ਹੈ ਕਿ
ਅੱਜ ਉਹਨਾਂ ਨੂੰ ਉੱਥੇ ਸੂਏ ਲਾਣੇ ਪੈ ਗਏ ਆ, ਕਿੱਲ ਲਾਏ ਉਹਨਾਂ ਨੇ ਸੜਕਾਂ ਦੇ ਉੱਤੇ, ਇੰਨੀ ਡਰੀ ਹੋਈ। ਕਿ ਅਸੀਂ ਨਹੀਂ ਸਰਕਾਰ ਨੂੰ ਮਾੜਾ ਦਿਖਾ ਰਹੇ ਹਾਂ, ਸਰਕਾਰ ਆਪਣੇ ਆਪ ਨੂੰ ਮਾੜਾ ਦਿਖਾ ਰਹੀ ਹੈ। ਸਾਡੀ ਜਿਹੜੇ ਟੈਕਸ ਪੇਅਰ ਹੈਗੇ ਆ, ਸਾਡੇ ਟੈਕਸ ਦੇ ਨਾਲ ਸੜਕਾਂ ਬਣੀਆਂ, ਉਹਨਾਂ ਨੂੰ ਕਿਹਨੇ ਹੱਕ ਦਿੱਤਾ ਕਿ ਉਹ ਅੱਜ ਉਹਨਾਂ ਸੜਕਾਂ ਨੂੰ ਤੋੜ ਕੇ ਉੱਥੇ ਆਪਣੇ ਦੁਬਾਰਾ ਖੜਾ ਕਰਨ, ਉੱਥੇ ਕਿੱਲਾਂ ਲਾਉਣ? ਇਹ ਹੱਕ ਕਿਹਨਾਂ ਨੇ ਦਿੱਤਾ? ਕਿ ਅਸੀਂ, ਉਹ ਐਂ ਲੱਗਦਾ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਨਹੀਂ ਹੈਗੇ, ਉਹ ਦੇਸ਼ ਨੂੰ ਦੋ ਟੋਟੇ ਕਰ ਦਿੱਤੇ ਗਿਆ, ਤਾਂ ਦੇਸ਼ ਦਾ ਵਿਚਲਾ ਬਾਰਡਰ ਹੈ, ਜਿਵੇਂ ਕਿਸੇ ਹੋਰ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ। ਸਾਨੂੰ ਲੱਗ ਹੀ ਨਹੀਂ ਰਿਹਾ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਰਹਿ ਰਹੇ ਹਾਂ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਜਾਗ ਜਾਈਏ, ਹੁਣ ਜਾਗਣ ਦਾ ਵੇਲਾ ਹੈ। ਸਹੀ ਜੋ ਹੈ ਉਹਦੇ ਨਾਲ ਅਸੀਂ ਖੜੀਏ, ਗਲਤ ਲੋਕਾਂ ਦਾ ਅਸੀਂ ਬਾਈਕਾਟ ਕਰ ਦਈਏ। ਔਰ ਇਹ ਨਹੀਂ ਹੈਗਾ ਕਿ ਇਹ ਪ੍ਰੋਟੈਸਟ ਖਤਮ ਹੋ ਗਿਆ, ਜੇ ਸਾਨੂੰ ਇਹਦੇ ਵਿੱਚ ਜਿੱਤ ਮਿਲ ਗਈ ਉਸ ਤੋਂ ਬਾਅਦ ਅਸੀਂ ਭੁੱਲ ਜਾਈਏ। ਇਹ ਭੁੱਲਣਾ ਨਹੀਂ, ਇਹਨਾਂ ਨੂੰ ਇਦਾਂ ਹੀ ਦਿਲ 'ਚ ਬਿਠਾ ਕੇ ਰੱਖਿਓ। ਜਿਨ੍ਹਾਂ ਨੇ ਅੱਜ ਆਪਣੇ ਅਸਲੀ ਚਿਹਰੇ ਦਿਖਾਏ, ਉਹਨਾਂ ਦੇ ਚਿਹਰਿਆਂ ਨੂੰ ਇਸੇ ਤਰ੍ਹਾਂ ਯਾਦ ਰੱਖਿਓ ਕਿ ਕਿਹੜੇ ਕਿਹੜੇ ਤੁਹਾਡੇ ਹੱਕ 'ਚ ਨਿੱਤਰੇ ਸੀ ਔਰ ਕਿਹੜੇ ਕਿਹੜੇ ਤੁਹਾਡੇ ਬਰਖਲਾਫ ਸੀਗੇ। ਇਹਨਾਂ ਨੂੰ ਯਾਦ ਰੱਖਿਓ। ਔਰ ਜਿਹੜੇ ਇੱਥੇ ਆ ਕੇ ਜਿਨ੍ਹਾਂ ਨੇ ਗੁਣਗਾਨ ਕਰਨਾ, ਉਹ ਗੁਣਗਾਨ ਕਰ ਸਕਦੇ ਆਪਣੀ ਮੌਜੂਦਾ ਸਰਕਾਰ ਦਾ, ਬਟ ਸਾਡੀ ਇਹ ਸਰਕਾਰ ਨੇ, ਮੌਜੂਦਾ ਸਰਕਾਰ ਨੇ ਬਿਲਕੁਲ ਕਿਸਾਨਾਂ ਦਾ ਦਰਦ ਨਹੀਂ ਸਮਝਿਆ, ਨਾ ਉਹਨਾਂ ਦੀ ਗੱਲ ਸੁਣੀ। ਮੀਟਿੰਗਸ ਬੈਠ ਗਈਆਂ ਔਰ ਉਸ ਤੋਂ ਬਾਅਦ ਉਹ ਸਭ ਸ਼ੋਸ਼ਾ ਹੋ ਰਿਹਾ ਸੀਗਾ, ਉਹ ਸਭ ਦੁਨੀਆ ਦੇ ਸਾਹਮਣੇ ਆ ਗਿਆ। ਉਸ ਤੋਂ ਬਾਅਦ 26 ਤੋਂ ਬਾਅਦ ਹੁਣ ਕੀ ਹੋ ਰਿਹਾ ਉੱਥੇ, ਉਹ ਵੀ ਸਾਰੀ ਦੁਨੀਆ ਨੇ ਦੇਖਿਆ। ਔਰ ਉੱਥੇ ਪਾਣੀ ਨਹੀਂ ਹੈਗਾ, ਉੱਥੇ ਬਿਜਲੀ ਨਹੀਂ ਹੈਗੀ। ਕਿਸਾਨਾਂ ਦੇ ਨਾਲ ਉਹਨਾਂ ਨੂੰ ਇੰਨਾ ਦੁੱਖ ਸਹਿਣਾ ਪੈ ਰਿਹਾ ਹੈ ਕਿ ਉਹ ਆਪਣੇ ਦੇਸ਼ ਦੇ ਵਿੱਚ ਹੀ ਹੈਗੇ ਆ। ਇੰਨੀ ਮਿਰਚਾਂ ਕਿਉਂ ਲੱਗੀਆਂ ਕਿ ਰਿਆਨਾ ਨੇ ਇੱਕ ਟਵੀਟ ਕਰਤਾ ਤੇ ਉਹਦੇ ਵਿੱਚ ਇੰਨੀ ਤਰਥੱਲੀ ਕਿਉਂ ਮਚ ਗਈ? ਕਿਉਂਕਿ ਦੁਨੀਆ ਦੇ ਅੱਗੇ ਸੱਚ ਆ ਗਿਆ। ਹੁਣ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ। ਔਰ ਕੰਗਨਾ ਜੀ ਜਿਹੜੇ ਹੈਗੇ ਨੇ, ਉਹ ਬੜਾ ਕਹਿ ਰਹੇ ਹੈ सांगी नारी सब पे भारी वर्सेस लिबरो रोड मॉडल। ਮਤਲਬ ਆਹ ਜਿਹੜੀ ਚੀਜ਼ ਹੈਗੀ, ਮੈਂ ਸ਼ੇਅਰ ਵੀ ਕੀਤੀ ਇਸ ਤੋਂ ਪਹਿਲਾਂ। ਇਹ ਰਿਆਨਾ ਦੀ ਪਾ ਰਹੀ ਆ ਫੋਟੋ ਤੇ ਆਪਣੇ ਨਾਲ ਸ਼ਿਵੋ ਕੋਟ, ਕਿ ਉਹਨੇ ਵੀ ਇਸ ਤਰ੍ਹਾਂ ਦੇ ਰੋਲਸ ਕੀਤੇ ਹੋਏ ਆ, ਇਸ ਤਰ੍ਹਾਂ ਦੇ ਫਿਲਮਸ ਕੀਤੀਆਂ। ਸ਼ੀ ਇਜ਼ ਨਾਟ ਸਤੀ ਸਵਿਤਰੀ। ਪਹਿਲਾਂ ਆਪਣੀ ਪਿਛੋਕੜ ਤੇ ਝਾਤੀ ਮਾਰੋ, ਵਾਟ ਯੂ ਡਿਡ ਇਨ ਦ ਪਾਸਟ। ਉਸ ਤੋਂ ਬਾਅਦ ਤੁਸੀਂ ਗੱਲ ਕਰੋ ਕਿ ਮੈਂ ਬਹੁਤ ਸਤੀ ਸਵਿਤਰੀ ਹੂੰ, ਮੈਂ ਤਾਂ ਇਹ ਹੂੰ। 200 ਚੂਹੇ ਖਾ ਕੇ ਬਿੱਲੀ ਹਜ ਕੋ ਚਲੀ, ਐਕਸੈਪਟ ਨਹੀਂ ਹੁੰਦਾ। ਸੋ ਅੱਜ ਸਾਰੇ ਸੈਲੀਬ੍ਰਿਟੀਜ਼ ਨੂੰ ਬੜੀ ਜਾਗ ਆ ਗਈ ਹੈ। ਅੱਜ ਬੜੇ ਟਵੀਟ ਕਰ ਰਹੇ ਨੇ। ਇਹੀ ਟਵੀਟ ਅਗਰ 2 ਮਹੀਨੇ ਪਹਿਲਾਂ ਕੀਤੇ ਹੁੰਦੇ, ਮਹੀਨਾ ਪਹਿਲਾਂ ਵੀ ਕੀਤਾ ਹੁੰਦਾ, ਸ਼ਾਇਦ ਤੁਹਾਡਾ ਫਿਊਚਰ ਸਿਕਿਉਰ ਹੋ ਜਾਂਦਾ। ਪਰ ਸਾਡੇ ਨਾਰਥ ਦੇ ਵਿੱਚ ਤਾਂ ਤੁਹਾਡਾ ਫਿਊਚਰ ਜ਼ੀਰੋ ਹੈ। ਮੈਨੂੰ ਨਹੀਂ ਲੱਗਦਾ ਕਿ ਸਾਡੇ ਜਿਹੜੇ ਕਿਸਾਨ ਹੈਗੇ ਨੇ ਅੱਜ ਜਿਹੜੇ ਪ੍ਰੋਟੈਸਟ 'ਤੇ ਬੈਠੇ ਆ, ਉਹ ਤੁਹਾਨੂੰ ਕਦੇ ਮਾਫ ਕਰਨਗੇ। ਸਾਡੇ ਦਿਲਾਂ ਦੇ ਵਿੱਚ ਜਿਹੜੀ ਤੁਹਾਡੀ ਇੱਜ਼ਤ ਬਣੀ ਸੀਗੀ, ਉਹ ਜ਼ੀਰੋ ਹੋ ਗਈ ਹੈ। ਤੁਸੀਂ ਆਪਣੀ ਇੱਜ਼ਤ ਆਪ ਘਟਾ ਲਈ ਹੈ। ਜਿੰਨੇ ਵੀ ਬਾਲੀਵੁੱਡ ਸੈਲੀਬ੍ਰਿਟੀਜ਼ ਜਿਨ੍ਹਾਂ ਨੇ # ਇੰਡੀਆ ਅਗੇਂਸਟ ਪ੍ਰੋਪੇਗੈਂਡਾ ਪਾ ਕੇ ਪੋਸਟਾਂ ਪਾਈਆਂ ਨੇ, ਉਹ ਸ਼ਰੇਆਮ ਦੱਸ ਰਹੇ ਨੇ ਕਿ ਉਹ ਵਿਕੇ ਹੋਏ ਨੇ, ਉਹ ਪੇਡ, ਉਹ ਸਿਰਫ ਉਹਨਾਂ ਦੇ ਹੱਕ 'ਚ ਪੋਸਟਾਂ ਪਾਉਣਗੇ ਜਿੱਥੋਂ ਉਹਨਾਂ ਨੂੰ ਪੈਸਾ ਆਊਗਾ। ਸੋ ਆਪਾਂ ਉਹਨਾਂ ਤੋਂ ਐਕਸਪੈਕਟ ਕਰਨਾ ਬੰਦ ਕਰੀਏ, ਉਹਨਾਂ ਨੂੰ ਫੁੱਲੀ ਬਾਇਕਾਟ ਕਰੀਏ। ਉਸ ਤੋਂ ਬਾਅਦ ਰੱਬ ਦੇਖਦਾ। ਅੱਜ ਜੋ ਸੱਚਾ ਹੈਗਾ ਨਾ, ਰੱਬ ਉਹਦੇ ਨਾਲ ਖੜਾ ਹੈ। ਔਰ ਆਹ ਜਿਹੜਾ ਸੰਘਰਸ਼ ਚੱਲ ਰਿਹਾ, ਇਹ ਸੰਘਰਸ਼ ਸਿਰਫ ਉਸ ਵਾਹਿਗੁਰੂ ਨੇ ਚਲਾਇਆ ਹੋਇਆ ਕਿ ਇੰਨਾ ਕੁਝ ਹੋ ਜਾਣ ਤੋਂ ਬਾਅਦ ਵੀ ਇਹ ਸੰਘਰਸ਼ ਉਸ ਤੋਂ ਦੁੱਗਣੇ ਜੋਸ਼ ਦੇ ਨਾਲ ਅੱਗੇ ਵੱਧ ਰਿਹਾ। ਇਹ ਸਿਰਫ ਉਸ ਵਾਹਿਗੁਰੂ ਦੀ ਕਿਰਪਾ ਹੈਗੀ, ਉਸ ਵਾਹਿਗੁਰੂ ਦੀ ਮਿਹਰ ਹੈ। ਔਰ ਜਿੰਨੇ ਵੀ ਸਾਡੇ ਹਾਲੇ ਵੀ ਜੇਲ੍ਹਾਂ ਦੇ ਵਿੱਚ ਬੰਦ ਹੈਗੇ ਆ, ਮੇਰੀ ਜਿੰਨੇ ਵੀ ਜਥੇਬੰਦੀਆਂ, ਉਹਨਾਂ ਨੂੰ ਗੁਹਾਰ ਹੈਗੀ ਆ ਕਿ ਉਹਨਾਂ ਵੀਰਾਂ ਨੂੰ ਬਾਹਰ ਕੱਢਿਆ ਜਾਏ। ਉਹਨਾਂ ਦੇ ਪਰਿਵਾਰ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਨੇ ਇਸ ਵੇਲੇ। ਉਹਨਾਂ ਲਈ ਹਾਲੇ ਕੁਝ ਕੁ ਜਿਹੜੀ ਗਿਣਤੀ ਦੇ ਵਿੱਚ 200 ਲੋਕ ਕਹਿ ਰਹੇ ਕਿ ਉਸ ਦਿਨ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਗਏ ਆ, ਅਤੇ ਉਹ ਹਾਲੇ ਤੱਕ ਪ੍ਰੋਪਰ ਲਿਸਟ ਵੀ ਨਹੀਂ ਬਾਹਰ ਆਈ ਆ। ਸੋ ਇਹ ਜਥੇਬੰਦੀਆਂ ਨੂੰ ਮੇਰੀ ਦਰਖਾਸਤ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਵੀਰਾਂ ਨੂੰ ਬਾਹਰ ਕਢਾਇਆ ਜਾਏ ਜੇਲ੍ਹਾਂ ਦੇ ਵਿੱਚੋਂ, ਤਾਂ ਕਿ ਉਹਨਾਂ ਦੀ ਫੈਮਲੀਜ਼ ਨੂੰ ਥੋੜ੍ਹਾ ਸੁੱਖ ਦਾ ਸਾਹ ਆਏ। ਔਰ
ਮੈਂ ਕੋਈ ਗੱਲ ਕਹਿਣਾ ਚਾਹੁੰਦੀ ਹਾਂ, ਸਾਨੂੰ ਅਲੱਗ ਕਰਨ ਦੀ ਬਹੁਤ ਸਾਰੀਆਂ ਨੀਤੀਆਂ, ਬਹੁਤ ਸਟ੍ਰੈਟਜੀਜ਼ ਬਣ ਰਹੀਆਂ ਹੋਣਗੀਆਂ, ਅਸੀਂ ਉਹਨਾਂ ਤੋਂ ਅਵੇਅਰ ਰਹੀਏ। ਤੇ ਆਪਾਂ ਇੱਕ ਹੈਗੇ ਆ, ਇੱਕ ਹੀ ਰਹਿਣਾ ਹੈ। ਸਾਨੂੰ ਅਲੱਗ ਕਰਕੇ ਸਾਡੀ ਤਾਕਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਏਗੀ। ਮੈਂ ਵਾਰ-ਵਾਰ ਇੱਕੋ ਹੀ ਗੱਲ ਕਹਿੰਦੀ ਆ ਕਿ ਆਪਾਂ ਆਪਣੇ ਵਿੱਚ ਫੁੱਟ ਨਹੀਂ ਪਾਉਣ, ਇਹ ਕੋਸ਼ਿਸ਼ ਕਰਨਗੇ ਫੁੱਟ ਪੈਣ ਨਹੀਂ ਦੇਣੀ। ਔਰ ਇਹ ਸਰਕਾਰ ਆਪਣਾ ਜਿਹੜਾ ਮੁਖੌਟਾ ਪਾਇਆ ਹੋਇਆ ਸੀ ਇਹਨਾਂ ਨੇ ਕਿ ਅਸੀਂ ਇੰਡੀਆ ਨੂੰ ਅਸੀਂ ਬਹੁਤ ਅੱਛਾ ਟਾਈਮ ਜਿੰਨਾ ਆਉਣ ਵਾਲਾ ਸੀਗਾ, ਜਿਹੜਾ ਉਹ ਅੱਛਾ ਟਾਈਮ ਆ ਗਿਆ, ਉਹ ਤੁਸੀਂ ਦੇਖ ਸਕਦੇ ਹੋ। ਹੁਣ ਉਹ ਪੀਕ ਤੇ ਹੈਗਾ, ਉਹ ਅੱਛਾ ਟਾਈਮ ਤੁਹਾਡੇ ਸਾਹਮਣੇ ਹੈ ਸਾਰਿਆਂ ਦੇ ਕਿ ਕਿੰਨਾ ਕੁ ਅੱਛਾ ਟਾਈਮ ਆਇਆ। ਔਰ ਅੱਜ ਹਰਿਆਣਾ ਦਾ ਇੰਟਰਨੈਟ ਬੰਦ ਕੀਤਾ ਗਿਆ, ਪੰਜਾਬ ਦੇ ਵਿੱਚ ਇੰਟਰਨੈਟ ਨੂੰ ਸਲੋ ਕਰ ਦਿੱਤਾ ਗਿਆ, ਹਰਿਆਣੇ ਦੇ ਵਿੱਚ ਫੁੱਲੀ ਇੰਟਰਨੈਟ ਬੰਦ ਹੈਗਾ। ਕਿ ਅੱਜ ਤੋਂ ਜਦੋਂ ਸਾਡਾ ਲੜਾਈ ਚੱਲਦੀ ਸੀਗੀ, ਸਾਡੀ ਦੇਸ਼ ਨੂੰ ਆਜ਼ਾਦ ਕਰਾਉਣ ਦੀ ਲੜਾਈ ਚੱਲਦੀ ਸੀ, ਭਗਤ ਸਿੰਘ ਹੋਰਾਂ ਦੇ ਟਾਈਮ ਕੀ ਗੱਲ ਉਦੋਂ ਇੰਟਰਨੈਟ ਹੁੰਦੇ ਸੀਗੇ? ਕਿ ਉਹਨਾਂ ਨੇ ਉਹਨਾਂ ਦੀ ਆਵਾਜ਼ ਨੂੰ ਦਬਾ ਲਿਆ ਕਿ ਉਸ ਤੋਂ ਬਾਅਦ ਭਗਤ ਸਿੰਘ ਹੋਰਾਂ ਨੇ ਆਜ਼ਾਦੀ ਨਹੀਂ ਦਵਾਈ, ਸਾਡਾ ਦੇਸ਼ ਆਜ਼ਾਦ ਨਹੀਂ ਹੋਇਆ? ਸੋ ਮੈਨੂੰ ਲੱਗਦਾ ਕਿ ਅਸੀਂ ਆਪਣੇ ਹੀ ਦੇਸ਼ ਦੇ ਵਿੱਚ ਆਪਣੀ ਸਰਕਾਰ ਦੇ ਨਾਲ ਇੱਦਾਂ ਲੜਾਈ ਕਰ ਰਹੇ ਹਾਂ ਕਿ ਜਿਵੇਂ ਸਾਡੇ ਤੇ ਗੋਰਿਆਂ ਨੇ ਆ ਕੇ ਦੁਬਾਰਾ ਰਾਜ ਕਰ ਲਿਆ ਹੁੰਦਾ। ਸੋ ਇਹ ਜਿਹੜਾ ਹਿਟਲਰਵਾਦ ਦੀ ਜਿਹੜੀ ਇੱਥੇ ਨੀਤੀ ਅਪਣਾਈ ਜਾ ਰਹੀ ਹੈ, ਡੈਮੋਕ੍ਰੇਸੀ ਤਾਂ ਬਿਲਕੁਲ ਖਤਮ ਹੋ ਗਈ ਹੈ, ਡਿਕਟੇਟਰਸ਼ਿਪ ਆ ਗਈ ਹੈ। ਤਾਂ ਅਸੀਂ ਸਟਰੋਂਗ ਹੋ ਜਾਈਏ ਕਿ ਅਗਲੇ ਜਿਹੜੇ 2 ਸਾਲ 2.5 ਸਾਲ ਜਿੰਨੇ ਵੀ ਰਹਿ ਗਏ ਆ, ਅਸੀਂ ਸਟਰੋਂਗਲੀ ਇਸ ਸਰਕਾਰ ਦਾ ਸਾਹਮਣਾ ਕਰੀਏ। ਸਾਡੇ ਨਾਲ ਕੁਝ ਵੀ ਹੋ ਸਕਦਾ। ਅੱਜ ਕਿਸਾਨਾਂ ਦੇ ਨਾਲ ਜਿਹੜੇ ਇੱਕ ਪੱਖ ਬਚਿਆ ਸੀ, ਉਹਨੂੰ ਵੀ ਮਾਰਨ ਦੀ ਕੋਸ਼ਿਸ਼ ਕਰ ਦਿੱਤੀ ਗਈ, ਇੱਕ ਦਬਾਉਣ ਦੀ ਕੋਸ਼ਿਸ਼ ਕਰ ਦਿੱਤੀ ਗਈ, ਉਹਦੇ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਦਿੱਤੀ ਗਈ ਹੈ, ਪ੍ਰਾਈਵੇਟ ਕਰਕੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਅਸੀਂ ਅਲਰਟ ਹੋ ਜਾਈਏ ਕਿ ਅਗਲੇ ਜਿਹੜੇ 2-2.5 ਸਾਲ ਜਿੰਨੇ ਵੀ ਰਹਿ ਗਏ ਆ ਹਾਲੇ, ਉਹ ਵੀ ਤੁਹਾਡੀ ਸੰਗੀ 'ਚ ਉਂਗਲ ਇਹਨਾਂ ਨੇ ਦੇਣੀ ਆ, ਤੁਹਾਡੀ ਸੰਗੀ ਘੁੱਟਣੀ ਆ। ਸੋ ਇਸ ਕਰਕੇ ਤੁਸੀਂ ਅਵੇਅਰ ਹੋ ਜਾਓ ਕਿ ਤੁਹਾਡੇ ਨਾਲ ਕੀ ਕੀ ਹੋ ਸਕਦਾ। ਇਹ ਜਸਟ ਟ੍ਰੇਲਰ ਹੈਗਾ। ਔਰ ਸੱਚੀ ਕਹਿੰਦੀ ਆ ਕਿ ਐਦਾਂ ਘੁੱਟਣ ਮਹਿਸੂਸ ਹੁੰਦੀ ਹੈ ਕਿ ਅਸੀਂ ਵਾਕਈ ਹੀ ਉਸ ਦੇਸ਼ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਇੰਨੀ ਡੈਮੋਕ੍ਰੇਸੀ ਸੀ, ਆਜ਼ਾਦੀ ਸੀ, ਸਪੀਚ ਆਫ ਫਰੀडम ਸੀਗੀ। ਅੱਜ ਹਰ ਆਵਾਜ਼ ਨੂੰ ਦਬਾ ਲਿਆ ਜਾਂਦਾ, ਮੀਡੀਆ ਨੂੰ ਅੰਦਰ ਕਰ ਦਿੱਤਾ ਜਾਂਦਾ ਹੈ ਜੇਲ੍ਹਾਂ ਦੇ ਵਿੱਚ। ਕਿ ਅਸੀਂ ਉਸ ਦੇਸ਼ ਦੇ ਵਿੱਚ ਰਹਿੰਦੇ ਹਾਂ ਜਿੱਥੇ ਅਸੀਂ ਕਹਿੰਦੇ ਹੁੰਦੇ ਸੀ ਅਸੀਂ ਵਰਲਡ ਦੇ ਬੈਸਟ ਦੇਸ਼ ਦੇ ਵਿੱਚ ਰਹਿੰਦੇ ਹਾਂ, ਔਰ ਅੱਜ ਸਾਨੂੰ ਸ਼ਰਮਿੰਦਗੀ ਹੁੰਦੀ ਹੈ ਕਿ ਸਾਡੀ ਦੇਸ਼ ਦੀ ਸਰਕਾਰ ਇਸ ਤਰ੍ਹਾਂ ਦੀ ਹੈਗੀ ਆ, ਜਿਹੜੀ ਆਵਾਜ਼ ਨੂੰ ਦਬਾਉਂਦੀ ਹੈ। ਸੱਚ ਬੋਲਣ ਵਾਲਿਆਂ ਨੂੰ ਉਹਨਾਂ ਨੂੰ ਡੰਡੇ ਪੈਂਦੇ ਆ, ਉਹਨਾਂ ਦੀ ਲੱਤਾਂ ਤੋੜ ਦਿੱਤੀਆਂ ਜਾਂਦੀਆਂ, ਉਹਨਾਂ ਨੂੰ ਜੇਲ੍ਹਾਂ 'ਚ ਪਾ ਦਿੱਤਾ ਜਾਂਦਾ। ਇਸ ਤਰ੍ਹਾਂ ਦਾ ਦੇਸ਼ ਤਾਂ ਨਹੀਂ ਸੋਚਿਆ ਸੀਗਾ ਭਗਤ ਸਿੰਘ ਹੋਰਾਂ ਨੇ, ਜਿਨ੍ਹਾਂ ਨੇ ਇੰਨੀਆਂ ਆਜ਼ਾਦੀਆਂ, ਊਧਮ ਸਿੰਘ ਹੋਣਾ ਨੇ, ਇਸ ਤਰ੍ਹਾਂ ਦਾ ਦੇਸ਼ ਤਾਂ ਨਹੀਂ ਉਹਨਾਂ ਨੇ ਆਪਣੇ ਸੁਪਨਿਆਂ 'ਚ ਦੇਖਿਆ ਹੋਊਗਾ। ਅੱਜ ਵੀਰੋ ਆਪਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ, ਸਾਡੀ ਤਾਕਤ ਹੀ ਇਹੀ ਹੈ। ਔਰ ਰਹੀ ਗੱਲ, ਆਪਾਂ ਹੁਣ ਜਿਹੜਾ 26 ਤਰੀਕ ਨੂੰ ਹੋਇਆ ਸੀ, ਜੋ ਵੀ ਕੁਝ ਹੋਇਆ ਸੀਗਾ, ਅਸੀਂ ਉਸ ਚੀਜ਼ ਨੂੰ ਇੱਕ ਸਾਈਡ ਤੇ ਰੱਖ ਕੇ ਅੱਜ ਸਾਡਾ ਅੰਦੋਲਨ ਅੱਗੇ ਵਧ ਰਿਹਾ। ਉੱਥੇ ਕੀ ਹੋਇਆ ਸੀ, ਕੀ ਨਹੀਂ ਹੋਇਆ ਸੀ, ਆਉਣ ਵਾਲਾ ਟਾਈਮ ਦੱਸ ਦੂਗਾ ਕਿ ਕੌਣ ਸਹੀ ਸੀ, ਕੌਣ ਗਲਤ ਸੀਗਾ। ਅੱਜ ਸਾਡੀ ਕੌਨਸੈਂਟਰੇਸ਼ਨ ਹੋਣੀ ਚਾਹੀਦੀ ਹੈ, ਸਾਡਾ ਧਿਆਨ, ਸਾਡਾ ਟੀਚਾ ਸਿਰਫ ਸਾਡਾ ਅੰਦੋਲਨ, ਸਾਡੀ ਜਿੱਤ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਸੀਂ ਹੋਰ ਗੱਲਾਂ ਦੇ ਵਿੱਚ ਨਾ ਪਈਏ। ਉਹ ਵਾਹਿਗੁਰੂ ਦੇਖਦਾ ਹੈ, ਜਿਹੜਾ ਸੱਚਾ ਹੁੰਦਾ ਉਹਦਾ ਵੀ ਚਿਹਰਾ ਅੱਗੇ ਆ ਜਾਊਗਾ, ਝੂਠੇ ਦਾ ਚਿਹਰਾ ਵੀ ਅੱਗੇ ਆ ਜਾਊਗਾ। ਜਿਹੜਾ ਝੂਠ ਹੁੰਦਾ ਬਹੁਤ ਦੇਰ ਲੁਕਿਆ ਨਹੀਂ ਰਹਿੰਦਾ। ਕਹਿੰਦੇ ਨਾ ਕਿ ਜਿਹੜੇ ਪ੍ਰਮਾਤਮਾ ਮਰਨ ਤੋਂ ਬਾਅਦ ਕਹਿੰਦੇ ਜਿਹੜੇ ਲੈਣ ਦੇਣੇ ਹੁੰਦੇ ਆ ਨਾ, ਇਸੇ ਜਨਮ 'ਚ ਹੁੰਦੇ ਆ, ਉਹ ਅੱਗੇ ਜਾ ਕੇ ਨਹੀਂ ਹੁੰਦੇ। ਉਹ ਮਰਨ ਤੋਂ ਬਾਅਦ ਤਾਂ ਵੱਖਰੀ ਗੱਲ ਆ, ਉਹ ਤਾਂ ਕਿਹੜੀ ਦੁਨੀਆ 'ਚ ਜਾਣਾ ਪਤਾ ਨਹੀਂ, ਪਰ ਜਿਹੜਾ ਸਹੀ ਗਲਤ ਦਾ ਫੈਸਲਾ ਹੁੰਦਾ ਇਸੇ ਜਨਮ ਦੇ ਵਿੱਚ, ਇਸੇ ਧਰਤੀ ਦੇ ਉੱਤੇ ਹੀ ਤੁਹਾਡੇ ਨਾਲ ਹੋ ਜਾਂਦਾ। ਸੋ ਪ੍ਰਮਾਤਮਾ ਤੇ ਆਪਾਂ ਵਿਸ਼ਵਾਸ ਕਰਕੇ ਆਪਾਂ ਅੱਗੇ ਵਧੀਏ, ਇਸ ਸੰਘਰਸ਼ ਨੂੰ ਅੱਗੇ ਵਧਾਈਏ ਔਰ ਜਿੱਤ ਵੱਲ ਦਾ ਜਿਹੜਾ ਰਸਤਾ ਹੈਗਾ, ਇਕੱਠੇ ਤੁਰੀਏ, ਇੱਕ ਰਹਿ ਕੇ ਤੁਰੀਏ। ਜਿੱਤ ਸਾਡੀ ਪੱਕੀ ਹੈਗੀ ਹੈ। ਜਿਸ ਤਰ੍ਹਾਂ ਦੇ ਬਾਰਡਰਸ ਦੇ ਉੱਤੇ ਸਰਕਾਰ ਆਪਣਾ ਜੋ ਵੀ ਐਕਸ਼ਨਸ ਕਰ ਰਹੀ ਹੈ ਨਾ, ਉਹ ਦੁਨੀਆ ਨੂੰ ਦਿਖ ਰਿਹਾ ਕਿ ਕਿੰਨੀ ਡਰ ਗਈ ਹੈ। ਔਰ ਇਹ ਹੁਣ ਛੋਟੀਆਂ ਗੱਲਾਂ ਨੇ, ਇਹਨਾਂ ਦੇ ਖਾਲਿਸਤਾਨ, ਕਿਸਾਨਾਂ ਦੇ ਖਾਲਿਸਤਾਨੀ ਨਾਲ ਲਿੰਕ ਨੇ, ਇਹਨਾਂ ਨੂੰ ਫੰਡਸ ਆਉਂਦੇ ਨੇ। ਦੀਜ਼ ਆਰ ਵੈਰੀ ਲਿਟਲ ਥਿੰਗਸ, ਬਹੁਤ ਛੋਟੀਆਂ ਗੱਲਾਂ ਨੇ। ਇਹ ਸਿਰਫ ਮੁੱਦੇ ਨੂੰ ਭਟਕਾਉਣ ਦੇ ਲਈ, ਧਿਆਨ ਹਟਾਉਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਨੂੰ ਵਿੱਚ ਪਾਉਂਦੇ ਨੇ। ਕਦੇ ਕੰਗਣਾ ਪਾ ਦਿੰਦੇ ਆ, ਕਦੇ ਕੋਈ ਪਾ ਦਿੰਦੇ ਆ, ਕਦੇ ਕੋਈ ਹੈਸ਼ਟੈਗ ਕ੍ਰੀਏਟ ਕਰ ਦਿੰਦੇ ਆ। ਇਹ ਸਿਰਫ ਤੁਹਾਡਾ ਧਿਆਨ ਹਟਾਉਣ ਦੇ ਲਈ ਆ। ਆਪਾਂ ਆਪਣਾ ਧਿਆਨ ਨਾ ਹਟਾਈਏ, ਆਪਾਂ ਇਹਨਾਂ ਬੇਵਕੂਫ ਲੋਕਾਂ ਨੂੰ, ਅਸੀਂ ਇਹ ਨਹੀਂ ਕਹਿੰਦੇ ਇਗਨੋਰ ਕਰੀਏ, ਜਵਾਬ ਦਈਏ ਇਹਨਾਂ ਨੂੰ, ਉਹਨਾਂ ਦੀ ਔਕਾਤ ਦਿਖਾਈਏ ਕਿ ਉਹ ਕਿੰਨੀ ਔਕਾਤ ਦੇ ਮਾਲਕ ਹੈ। ਅਸੀਂ ਇਗਨੋਰ ਨਹੀਂ ਕਰਨਾ ਇਹਨਾਂ ਨੂੰ, ਅਸੀਂ ਡਟ ਕੇ ਇਹਨਾਂ ਸਾਰਿਆਂ ਦਾ ਮੁਕਾਬਲਾ ਕਰਨਾ। ਇਹਨਾਂ ਦਾ
ਮੂੰਹ ਤੋੜ ਜਵਾਬ ਦੇਣਾ, ਚਪੇੜਾਂ ਮਾਰਨੀਆਂ ਇਹਨਾਂ ਦੇ ਮੂੰਹ ਤੇ। ਔਰ ਕਸਮ ਖਾਓ ਕਿ ਅੱਜ ਤੋਂ ਬਾਅਦ ਇਹਨਾਂ ਦੀ ਫਿਲਮਾਂ ਦਾ ਬਾਈਕਾਟ ਕਰਾਂਗੇ ਅਸੀਂ ਪੰਜਾਬ, ਹਰਿਆਣਾ, ਯੂਪੀ ਇਹਨਾਂ ਦੀ ਫਿਲਮਾਂ ਨਹੀਂ ਲੱਗਣ ਦਾਂਗੇ। ਇਹ ਅਸੀਂ ਅੱਜ ਇੱਥੋਂ ਦੀ ਇਹ ਸਿੱਖਿਆ ਲੈ ਕੇ ਚੱਲੀਏ ਕਿ ਇਹ ਅੱਜ ਸਾਡੇ ਨਾਲ ਨਹੀਂ ਖੜੇ। ਜਿਹੜਾ ਸਾਡੇ ਨਾਲ ਨਹੀਂ ਖੜਾ ਉਹ ਸਾਡਾ ਹੈ ਨਹੀਂਗਾ। ਸਾਨੂੰ ਇਹ ਪਤਾ ਕਿ ਅੱਜ ਜਿਹੜਾ ਸਾਡੇ ਨਾਲ ਖੜਾ ਅਸੀਂ ਉਹਦੇ ਨਾਲ ਖੜਾਂਗੇ, ਪਰ ਜਿਹੜਾ ਸਾਨੂੰ ਮਾੜਾ ਦਿਖਾਉਂਦਾ ਦੁਨੀਆ ਦੇ ਵਿੱਚ, ਕਿਉਂਕਿ ਇਹਨਾਂ ਨੂੰ ਲੋਕ ਫੋਲੋ ਕਰਦੇ, ਅਗਰ ਇਹ ਸਾਨੂੰ ਕਹਿੰਦੇ ਅਸੀਂ ਅੱਡਵਾਦੀਆਂ, ਅਲਗਾਵਵਾਦੀਆਂ, ਅਸੀਂ ਆਤੰਕਵਾਦੀਆਂ, ਅਸੀਂ ਇਹਨਾਂ ਦਾ ਬਾਈਕਾਟ ਕਰੀਏ। ਔਰ ਇਸ ਸੰਘਰਸ਼ ਨੂੰ ਅੱਗੇ ਵਧਾਉਣਾ ਇਹ ਸਾਡਾ ਸਾਰਿਆਂ ਦਾ ਫਰਜ਼ ਹੈਗਾ। ਸਾਡੇ ਬਜ਼ੁਰਗਾਂ ਨੇ ਬਹੁਤ ਕੁਝ ਸਿਆ ਹੈ। ਅੱਜ ਸਾਡਾ ਟਾਈਮ ਹੈ ਕਿ ਅਸੀਂ ਉਹਨਾਂ ਦੇ ਨਾਲ ਖੜੀਏ, ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀਏ ਔਰ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਈਏ, ਆਪਣਾ ਹਿੱਸਾ ਪਾਈਏ ਔਰ ਇਸ ਬਾਲੀਵੁੱਡ ਨੂੰ ਟੋਟਲੀ ਬਾਈਕਾਟ ਕਰੀਏ। ਇਹਨਾਂ ਦੀ ਕੀ ਔਕਾਤ ਹੈ ਇਹ ਸਾਡੇ ਬਾਰੇ ਬੋਲ ਜਾਣ? ਜਿਨ੍ਹਾਂ ਨੂੰ ਪੈਸੇ ਦੇ ਕੇ ਜੋ ਮਰਜ਼ੀ ਬੁਲਵਾ ਲਓ, ਇਹਨਾਂ ਦੀ ਕੋਈ ਔਕਾਤ ਨਹੀਂ ਹੈਗੀ। ਸਾਡਾ ਟੀਚਾ ਇੱਕੋ ਹੋਣਾ ਚਾਹੀਦਾ, ਸਾਡਾ ਸੰਘਰਸ਼ ਕਿਸ ਤਰ੍ਹਾਂ ਅਸੀਂ ਜਿੱਤਾਂਗੇ, ਬਸ ਸਾਡਾ ਸੰਘਰਸ਼ ਦਾ ਜਿੱਤਣ ਦਾ ਮੋਟਿਵ ਹੋਣਾ ਚਾਹੀਦਾ। ਬਾਕੀ ਸਾਰੀਆਂ ਗੱਲਾਂ ਸੈਕੰਡਰੀ ਆ, ਪਰ ਅਸੀਂ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ। ਔਰ ਜਿਨ੍ਹਾਂ ਸੈਲੀਬ੍ਰਿਟੀਜ਼ ਨੇ ਹਾਲੀਵੁੱਡ ਦੀਆਂ, ਜਿਨ੍ਹਾਂ ਨੇ ਸਾਡੀ ਸਪੋਰਟ ਦੇ ਵਿੱਚ, ਕਿਸਾਨਾਂ ਦੀ ਸਪੋਰਟ ਦੇ ਵਿੱਚ ਟਵੀਟ ਕੀਤੇ ਆ, ਪੋਸਟ ਪਾਈਆਂ, ਉਹਨਾਂ ਸਾਰਿਆਂ ਦਾ ਸ਼ੁਕਰੀਆ, ਬਹੁਤ ਬਹੁਤ ਥੈਂਕ ਯੂ ਕਿ ਅੱਜ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਵੀ ਦੁਨੀਆ ਵਾਚ ਕਰਦੀ ਹੈ, ਦੇਖਦੀ ਹੈ, ਉਹਨਾਂ ਦੇ ਅੰਦਰ ਵੀ ਦਿਲ ਹੈਗਾ, ਉਹਨਾਂ ਦੇ ਵੀ ਅੱਖਾਂ ਨੇ, ਉਹ ਦੇਖ ਸਕਦੇ ਆ, ਮਹਿਸੂਸ ਕਰ ਸਕਦੇ ਆ। ਸੋ ਉਹਨਾਂ ਨੇ ਕੀਤਾ, ਸਪੋਰਟ ਕੀਤਾ ਔਰ ਇਹ ਮਰੀ ਜ਼ਮੀਰਾਂ ਵਾਲੇ ਉੱਦਾਂ ਹੀ ਬੈਠੇ ਆ ਔਰ ਸਗੋਂ ਉਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਸਾਡੇ ਵਿੱਚ ਸਾਡੇ ਡਿਫਰੈਂਸਿਸ ਪਾ ਰਹੇ ਹੋ। ਮੈਨੂੰ ਹਾਸਾ ਆ ਜਾਂਦਾ ਜਦੋਂ ਮੈਂ ਪੜ੍ਹਦੀ ਹਾਂ, ਡਿਫਰੈਂਸਿਸ ਅਸੀਂ ਪਾ ਰਹੇ ਹਾਂ, ਉਹ ਪਾ ਰਹੇ ਡਿਫਰੈਂਸਿਸ ਤਾਂ ਬੇਵਕੂਫੋ ਤੁਸੀਂ ਪਾਉਂਦੇ ਹੋ ਹਮੇਸ਼ਾ। ਸੱਚ ਦੇ ਨਾਲ ਨਹੀਂ ਖੜਦੇ, ਜਦੋਂ ਸੱਚ ਨਹੀਂ ਬੋਲਦੇ, ਗਲਤ ਚੀਜ਼ਾਂ ਨੂੰ ਤੁਸੀਂ ਐਪਰੀਸ਼ੀਏਟ ਕਰਦੇ ਹੋ। ਪਤਾ ਨਹੀਂ ਇੰਟਰਵਿਊ ਦੇ ਵੀ ਕਿੰਨੇ ਕੁ ਪੈਸੇ ਮਿਲੇ ਹੋਣਗੇ ਉਸ ਟਾਈਮ ਸਿੰਘ ਇਜ਼ ਕਿੰਗ ਨੂੰ। ਸੋ ਬੜਾ ਕੁਝ ਹੁੰਦਾ, ਬਹੁਤ ਸਾਰੀਆਂ ਚੀਜ਼ਾਂ ਨੇ, ਐਗਜ਼ਾਮਪਲ ਦੇ ਨਾਲ ਤੁਹਾਡੇ ਕੋਲ ਪਈਆਂ ਨੇ, ਗੂਗਲ ਕਰ ਸਕਦੇ ਹੋ ਹਰ ਚੀਜ਼। ਔਰ ਜਦੋਂ ਬਲੈਕ ਲਾਈਵਜ਼ ਮੈਟਰ ਹੋਇਆ ਸੀਗਾ US ਦੇ ਵਿੱਚ, ਜਦੋਂ ਆਹ ਥੋੜੇ ਕੁ ਟਾਈਮ ਪਹਿਲਾਂ ਆਈ ਕਾਂਟ ਬਰੀਥ ਕਰਕੇ ਇੱਕ ਹੈਸ਼ਟੈਗ ਚੱਲਿਆ ਸੀਗਾ, ਸਾਰੇ ਸੈਲੀਬ੍ਰਿਟੀਜ਼ ਨੇ, ਬਾਲੀਵੁੱਡ ਦੇ ਸੈਲੀਬ੍ਰਿਟੀਜ਼ ਨੂੰ ਬੜੀ ਉਦੋਂ ਚੇਤਨਾ ਆਈ ਸੀਗੀ, ਬੜੇ ਇਹਨਾਂ ਨੇ ਹੈਸ਼ਟੈਗ ਪਾਏ ਸੀਗੇ। ਉਦੋਂ ਕੀ ਗੱਲ, ਉਹ ਅਮਰੀਕਾ ਦਾ ਇੰਟਰਨਲ ਮਾਮਲਾ ਨਹੀਂ ਸੀਗੀ, ਇਹ ਕਿਉਂ ਬੋਲੇ ਉਹਨਾਂ ਦੇ ਇੰਟਰਨਲ ਮਾਮਲੇ ਦੇ ਵਿੱਚ? ਇਹਨਾਂ ਨੂੰ ਕਿਹਨੇ ਹੱਕ ਦਿੱਤਾ? ਅੱਜ ਕਿਹੜੇ ਹੱਕ ਨਾਲ ਕਹਿੰਦੇ ਕਿ ਰਿਆਨਾ ਨੇ ਗਲਤ ਟਵੀਟ ਕੀਤਾ? ਇਹ ਕਿਹੜੇ ਹੱਕ ਨਾਲ ਕਹਿੰਦੇ ਆ? ਜੇ ਸਾਡੇ ਇੰਟਰਨਲ ਮਾਮਲੇ 'ਚ ਰਿਆਨਾ ਨਹੀਂ ਬੋਲ ਸਕਦੀ, ਤੁਸੀਂ ਉਸ US ਦੇ ਇੰਟਰਨਲ ਮਾਮਲੇ ਦੇ ਵਿੱਚ ਤੁਸੀਂ ਕਿਉਂ ਹੈਸ਼ਟੈਗ ਪਾਏ? ਤੁਹਾਨੂੰ ਕਿਹਨੇ ਹੱਕ ਦਿੱਤਾ? ਇਹ ਐ ਟਵਿਸਟ ਹੁੰਦੇ ਆ, ਇੱਦਾਂ ਪਤਾ ਵੀ ਨਹੀਂ ਲੱਗਦਾ ਕਦੋਂ ਟਵਿਸਟ ਹੋ ਜਾਂਦੇ ਆ। ਜੋ ਚੀਜ਼ ਤੁਸੀਂ ਬੋਲਦੇ ਹੋ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ, ਤੁਸੀਂ ਉਹਨੂੰ ਆਪਣੇ ਆਪ ਤੇ ਅਪਲਾਈ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਤੁਸੀਂ ਖੁਦ ਟਵੀਟ ਕੀਤੇ ਉਸ ਵੇਲੇ, ਆਈ ਕਾਂਟ ਬਰੀਥ। ਅੱਜ ਕੀ ਗੱਲ, ਰਿਆਨਾ ਨੇ ਕੀਤਾ ਤਾਂ ਤੁਹਾਨੂੰ ਬੜੀ ਮਿਰਚਾਂ ਲੱਗੀਆਂ, ਤੁਸੀਂ ਉਹਨੂੰ ਕਹਿੰਦੇ ਹੋ ਕਿ ਉਹ ਪੇਡ ਹੈਸ਼ਟੈਗ ਹੈਗਾ, ਬਹੁਤ ਵੱਡੀ ਉਹਦੇ ਤੇ ਉਹ ਲੱਗੀ ਆ। ਸੱਚ ਕਦੇ ਲੁਕਿਆ ਨਹੀਂ ਰਹਿੰਦਾ, ਸੱਚ ਸਾਹਮਣੇ ਆ ਜਾਂਦਾ ਔਰ ਤੁਸੀਂ ਸੱਚ ਨੂੰ ਅੱਗੇ ਲਿਆਉਣ ਦੇ ਵਿੱਚ ਰੋਕ ਨਹੀਂ ਸਕਦੇ। ਜਿੰਨਾ ਮਰਜ਼ੀ ਜ਼ੋਰ ਲਾ ਲਓ, ਸੱਚ ਅੱਗੇ ਆ ਕੇ ਰਹੂਗਾ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਸੈਲੀਬ੍ਰਿਟੀਜ਼ ਨੂੰ, ਹਾਲੀਵੁੱਡ ਜਿਹੜੇ ਵਾਕਈ ਹੀ ਜਿਹੜੇ ਜਾਗਦੀ ਜ਼ਮੀਰ ਵਾਲੇ, ਜਿਨ੍ਹਾਂ ਨੂੰ ਮਹਿਸੂਸ ਹੋਇਆ ਕਿ ਅੱਜ ਕਿਸਾਨ, ਇੰਡੀਆ ਦੇ ਜਿਹੜੇ ਕਿਸਾਨ ਨੇ ਉਹ ਵਾਕਈ ਹੀ ਤਕਲੀਫ ਦੇ ਵਿੱਚ ਨੇ, ਸਾਨੂੰ ਉਹਨਾਂ ਦੇ ਨਾਲ ਬੋਲਣਾ ਚਾਹੀਦਾ, ਉਹਨਾਂ ਦੇ ਨਾਲ ਖੜਨਾ ਚਾਹੀਦਾ ਔਰ ਉਹ ਖੜੇ ਆ। ਔਰ ਉਹਨਾਂ ਨੂੰ ਸਲੂਟ ਹੈ, ਉਹਨਾਂ ਦਾ ਦਿਲੋਂ ਧੰਨਵਾਦ ਹੈ ਕਿ ਉਹ ਸਾਡੇ ਨਾਲ ਖੜੇ ਆ। ਔਰ ਸ਼ਰਮਨਾਕ ਜਿਹੜੀ ਸਟੇਟਮੈਂਟਸ ਦੇ ਰਹੇ ਨੇ ਸਾਡੇ ਬਾਲੀਵੁੱਡ, ਡੁੱਬ ਕੇ ਮਰ ਜਾਓ, ਤੁਹਾਨੂੰ ਸ਼ਰਮ ਆਉਣੀ ਚਾਹੀਦੀ। ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਉਹ ਸਾਡੇ ਇੰਟਰਨਲ ਮਾਮਲੇ 'ਚ ਕਿਉਂ ਬੋਲ ਰਹੇ ਨੇ। ਅੱਜ ਤੋਂ ਬਾਅਦ ਨਿਗਾਹ ਰੱਖਾਂਗੇ ਅਸੀਂ ਤੁਹਾਡੇ ਤੇ, ਤੁਸੀਂ ਕਿਸੇ ਦੇਸ਼ ਦੇ ਇੰਟਰਨਲ ਮਾਮਲੇ 'ਚ ਜੇ ਬੋਲੇ, ਫਿਰ ਉਸ ਤੋਂ ਬਾਅਦ ਚਰਚਾ ਹੋਊਗੀ। ਤੁਸੀਂ ਕਰਿਓ ਟਵੀਟ ਅੱਜ ਤੋਂ ਬਾਅਦ ਕਿਸੇ ਦੇਸ਼ ਦੇ ਮਾਮਲੇ 'ਚ ਬੋਲਿਓ। ਜੇ ਤੁਸੀਂ ਆਪਣੇ ਦੇਸ਼ ਦੇ ਮਾਮਲੇ 'ਚ ਨਹੀਂ ਬੋਲ ਸਕਦੇ, ਤੁਹਾਨੂੰ ਕੋਈ ਹੱਕ ਨਹੀਂ ਹੈਗਾ ਤੁਸੀਂ ਦੂਜਿਆਂ ਦੇ ਦੇਸ਼ਾਂ ਦੇ ਮਾਮਲੇ 'ਚ ਬੋਲੋ। ਸੋ ਚਿਹਰੇ ਸਾਰਿਆਂ ਦੇ ਸਾਹਮਣੇ ਆ ਗਏ ਨੇ, ਮੁਖੌਟੇ ਜਿਨ੍ਹਾਂ ਨੇ ਪਾਏ ਹੋਏ ਸੀ ਮੁਖੌਟੇ ਉਤਰ ਚੁੱਕੇ ਨੇ। ਇਸ ਗੱਲ ਦੀ ਸਾਨੂੰ
ਤਸੱਲੀ ਹੋਣੀ ਚਾਹੀਦੀ ਆ। ਔਰ ਜਿਹੜੇ ਠੀਕ ਨੇ ਲੋਕ, ਅਸੀਂ ਉਹਨਾਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਨੂੰ ਅਪਰੀਸ਼ੀਏਟ ਕਰਦੇ ਹਾਂ ਔਰ ਸਹੀ ਦਾ ਸਾਥ ਦਈਏ, ਇਕਜੁੱਟ ਰਹੀਏ। ਜੋ ਇਹਨਾਂ ਨੇ ਨੀਤੀ ਅਪਣਾਈ ਹੋਈ ਹੈ, ਅਲੱਗ ਕਰੋ, ਇਹਨਾਂ ਨੂੰ ਤੋੜੋ, ਇਹਨਾਂ 'ਚ ਫੁੱਟ ਪਾਓ, ਅਸੀਂ ਉਹਨੂੰ ਕਦੇ ਨਹੀਂ ਹੋਣ ਦਾਂਗੇ। ਅਸੀਂ ਸਾਰੇ ਇੱਕ ਹੈਗੇ ਹਾਂ, ਇਕਜੁੱਟ ਹੋ ਕੇ ਅਸੀਂ ਇਸ ਸੰਘਰਸ਼ ਨੂੰ ਲੜਨਾ ਹੈ ਔਰ ਜਿੱਤ ਪੱਕੀ ਹੈਗੀ ਆ। ਜਿੱਤ ਚਾਹੇ ਸਾਨੂੰ 2 ਮਹੀਨੇ ਲੱਗ ਜਾਣ, 3 ਮਹੀਨੇ ਲੱਗ ਜਾਣ, ਜਿੱਤ ਜਲਦੀ ਹੋਊਗੀ, ਬਹੁਤ ਜਲਦੀ ਹੋਊਗੀ ਔਰ ਜਿੱਤਾਂਗੇ ਜ਼ਰੂਰ। ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨੀ ਜ਼ਿੰਦਾਬਾਦ। ਥੈਂਕ ਯੂ।